हेलो स्टूडेंट्स। लास्ट टाइम हाइजेनबर्ग अनसर्टेनिटी प्रिंसिपल कीता सीगा एटॉमिक स्ट्रक्चर दे विच। अप टू अनसर्टेनिटी प्रिंसिपल यह गल सामने आई कि जिहड़ा इलैक्ट्रॉन है, जिहड़ा एटम दे विच जिहड़ा इलैक्ट्रॉन है, उहदी ना ते पोजीशन सर्टन है ते ना ही उहदा मोमेंटम सर्टन है। क्योंकि उस तो पहले जिहड़ा वो पार्टिकल नेचर तुसीं पढ़ चुके हो, डी ब्रॉगली वेव इक्वेशन तुसीं कर चुके हो कि ਉਹਦੇ ਅਕੋਰਡਿੰਗਲੀ ਲਾਈਟ ਹੈਜ਼ ਪਾਰਟੀਕਲ ਨੇਚਰ ਐਜ਼ ਵੈਲ ਐਜ਼ ਵੇਵ ਨੇਚਰ। ਤੇ ਜੇ ਪਾਰਟੀਕਲ ਨੇਚਰ ਦੀ ਕੰਸੀਡਰੇਸ਼ਨ ਰੱਖੀਏ ਤੇ ਹਾਈਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਦੇ ਅਕੋਰਡਿੰਗਲੀ ਜਦੋਂ ਲਾਈਟ ਜਿਹੜੀ ਉਹ ਸਟ੍ਰਾਈਕ ਕਰੇਗੀ ਇਲੈਕਟ੍ਰੋਨ ਦੇ ਉੱਤੇ ਤੇ ਇਲੈਕਟ੍ਰੋਨ ਜਿਹੜਾ ਉਹ ਸਰਟਨ ਨਹੀਂ ਰਹੇਗਾ, ਆਪਣੀ ਥਾਂ ਤੇ ਨਹੀਂ ਰਹੇਗਾ, ਨਾ ਤੇ ਉਹਦੀ ਪੋਜੀਸ਼ਨ ਸਰਟਨ ਰਹੇਗੀ ਤੇ ਨਾ ਉਹਦਾ ਮੋਮੈਂਟਮ ਸਰਟਨ ਰਹੇਗਾ। ਦੋਨੋਂ ਚੀਜ਼ਾਂ ਜਿਹੜੀਆਂ ਨੇ ਅਨਸਰਟਨ ਹੋ ਜਾਣਗੀਆਂ। ਨਾਓ ਦਾ ਕੁਐਸਚਨ ਰਾਈਜ਼ਸ ਕਿ ਜੇ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਕਿ ਇਲੈਕਟ੍ਰੋਨ ਦੀ ਐਗਜ਼ਿਸਟੈਂਸ ਹੈ, ਇੱਕ ਐਟਮ ਦੇ ਵਿੱਚ ਇਲੈਕਟ੍ਰੋਨ ਦੀ ਐਗਜ਼ਿਸਟੈਂਸ ਹੈ, ਤਾਂ ਕਿਉਂਕਿ ਅਸੀਂ ਤਾਂ ਕਹਿ ਰਹੇ ਹਾਂ ਕਿ ਨਾ ਉਹਦਾ ਪੋਜੀਸ਼ਨ ਸਰਟਨ ਨਾ ਉਹਦਾ ਮੋਮੈਂਟਮ ਸਰਟਨ। ਇਸ ਚੀਜ਼ ਦਾ ਆਨਸਰ ਜਿਹੜਾ ਉਹ ਐਸ ਕੁਆਂਟਮ ਮਕੈਨਿਕਸ ਜਿਹੜੀ ਅੱਗੇ ਡਿਵੈਲਪਮੈਂਟ ਹੋਈ ਰਿਗਾਰਡਿੰਗ ਪੋਜੀਸ਼ਨ ਮੋਮੈਂਟਮ, ਜਾਂ ਐਸਾ ਕਹਿ ਲਓ ਕਿ ਇਲੈਕਟ੍ਰੋਨ ਦੇ ਰਿਗਾਰਡਿੰਗ ਜਿਹੜੀ ਅੱਗੇ ਡਿਵੈਲਪਮੈਂਟ ਹੋਈ ਉਹ ਐਸ ਕੁਆਂਟਮ ਮਕੈਨੀਕਲ ਮਾਡਲ ਆਫ ਐਟਮ ਨੇ ਸਾਨੂੰ ਦੱਸੀ। ਇਹਨੂੰ ਅਸੀਂ ਕੁਆਂਟਮ ਮਕੈਨਿਕਸ ਵੀ ਕਹਿੰਦੇ, ਵੇਵ ਮਕੈਨਿਕਸ ਵੀ ਬੋਲਦੇ ਆ, ਕੁਆਂਟਮ ਮਕੈਨਿਕਸ ਵੀ ਬੋਲਦੇ ਆ। ਅਪ ਟੂ ਹਾਈਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਜੋ ਤੁਸੀਂ ਪੜ੍ਹ ਕੇ ਆਏ ਹੋ, ਉਸ ਚੀਜ਼ ਨੂੰ ਜਿਹੜਾ ਕਲਾਸੀਕਲ ਮਕੈਨਿਕਸ ਦੇ ਅੰਡਰ ਜਿਹੜਾ ਉਹ ਲਿਖਿਆ ਜਾਂਦਾ ਜਾਂ ਪੜ੍ਹਿਆ ਜਾਂਦਾ। ਇਹ ਜਿਹੜਾ ਸੀਗਾ, ਇਹ ਜਿਹੜਾ ਹੁਣ ਹੈਗਾ, ਜਿਹੜਾ ਅਸੀਂ ਅੱਜ ਦਾ ਟੌਪਿਕ ਕਰਨਾ ਕੁਆਂਟਮ ਮਕੈਨਿਕ, ਇਹ ਐਕਚੁਅਲੀ ਇੱਕ ਸਾਇੰਟਿਸਟ ਸੀਗਾ, ਉਹ ਮੈਥਮੈਟੀਸ਼ੀਅਨ ਸੀ, ਉਹਦਾ ਨਾਮ ਸੀ ਇਰਵਿਨ ਸ਼੍ਰੋਡਿੰਜਰ। ਮੈਂ ਤੁਹਾਨੂੰ ਥੋੜ੍ਹਾ ਜਿਹਾ ਰੈਫਰੈਂਸ ਜਿਹੜਾ ਜਾਂ ਥੋੜ੍ਹਾ ਜਿਹਾ ਇੰਟਰੋਡਕਸ਼ਨ ਉਹਦੀ ਜਿਹੜੀ ਦਿੱਤੀ ਸੀਗੀ ਲਾਸਟ ਲੈਕਚਰ ਵੀ 'ਚ ਵੀ ਤੁਹਾਨੂੰ ਦਿੱਤੀ ਸੀਗੀ। ਇੱਥੇ ਇਰਵਿਨ ਸ਼੍ਰੋਡਿੰਜਰ ਦੀ ਜਿਹੜੀ ਵੇਵ ਇਕੁਏਸ਼ਨ ਜਾਂ ਵੇਵ ਨੇਚਰ ਜਾਂ ਕਹਿ ਲਓ ਕੁਆਂਟਮ ਮਕੈਨੀਕਲ ਇਕੁਏਸ਼ਨ ਜਾਂ ਵੇਵ ਇਕੁਏਸ਼ਨ ਜਿਹੜੀ ਇਹਨੇ ਦਿੱਤੀ, ਅੱਜ ਉਹਦੀ ਡਿਸਕਸ਼ਨ ਅਸੀਂ ਕਰਨੀ। 1926-27 ਦੇ ਦੌਰਾਨ ਉਹਨੇ ਇਹ ਚੀਜ਼ ਜਿਹੜੀ ਹੈ ਉਹ ਇਨਵੈਂਸ਼ਨ ਕੀਤੀ ਸੀ ਜਾਂ ਉਹਨੇ ਇਹ ਚੀਜ਼ ਦੱਸੀ ਸੀਗੀ। ਕਾਫੀ ਸਾਲ ਬੀਤ ਗਏ ਨੇ। ਇਹ ਤੋਂ ਅੱਗੇ ਹੋਰ ਡਿਵੈਲਪਮੈਂਟ ਜੇ ਕਹਿ ਲਓ ਜਾਂ ਇਹ ਤੋਂ ਇਲਾਵਾ ਹੋਰ ਕੋਈ ਡਿਵੈਲਪਮੈਂਟ ਜਿਹੜੀ ਹੈ ਉਹ ਇਲੈਕਟ੍ਰੋਨ ਦੇ ਰਿਗਾਰਡਿੰਗ ਜਿਹੜੀ ਉਹ ਸਾਹਮਣੇ ਨਹੀਂ ਆਈ, ਜੋ ਇਹਨੇ ਆਖਿਰਲਾ ਜਾਂ ਲੇਟੈਸਟ ਕਹਿ ਸਕਦੇ ਹਾਂ ਕਿ ਜਿਹੜੀ ਇਹਨੇ ਡਿਵੈਲਪਮੈਂਟ ਕਰਕੇ ਸਾਨੂੰ ਦੱਸੀ, ਉਹੀ ਅੱਜ ਦੀ ਡੇਟ 'ਚ ਵੀ ਉਹੀ ਚੀਜ਼ ਜਿਹੜੀ ਐ ਸੱਚੀ ਪੜ੍ਹਾਈ ਜਾਂਦੀ। ਸ਼੍ਰੋਡਿੰਜਰ ਵੇਵ ਇਕੁਏਸ਼ਨ ਦੇ ਨਾਂ ਨਾਲ ਜਿਹੜੀ ਇਹ ਇਕੁਏਸ਼ਨ ਮਸ਼ਹੂਰ ਹੈ। ਤੁਹਾਡੇ ਸਿਲੇਬਸ ਦੇ ਵਿੱਚ ਸ਼੍ਰੋਡਿੰਜਰ ਵੇਵ ਇਕੁਏਸ਼ਨ ਦੀ ਜਸਟ ਇਕੁਏਸ਼ਨ ਨੂੰ ਯਾਦ ਰੱਖਣ ਦਾ ਕੰਮ ਹੀ ਹੈ। ਤੁਸੀਂ ਉਹਨੂੰ ਉਹਦੀ ਡੈਰੀਵੇਸ਼ਨ ਦੇ ਚੱਕਰ 'ਚ ਨਹੀਂ ਪੈਣਾ, ਨਾ ਹੀ ਤੁਹਾਡੇ ਸਿਲੇਬਸ ਦੇ ਵਿੱਚ ਡੈਰੀਵੇਸ਼ਨ ਹੈ, ਕਿਉਂਕਿ ਡੈਰੀਵੇਸ਼ਨ ਬਹੁਤ ਜ਼ਿਆਦਾ ਇਲੈਬੋਰੇਟਡ ਹੈ, ਬਹੁਤ ਜ਼ਿਆਦਾ ਲੈਂਥੀ ਹੈ। ਉਹ ਤੁਹਾਡੇ ਸਿਲੇਬਸ ਦਾ, ਤੁਹਾਡੇ ਬਿਯੋਂਡ ਯੂਰ ਸਿਲੇਬਸ, ਇਹ ਤੁਹਾਡੇ ਸਿਲੇਬਸ ਤੋਂ ਬਾਅਦ ਦੀ ਗੱਲ ਹੈ। ਅਸੀਂ ਇੱਥੇ ਕੀ ਕਰਾਂਗੇ, ਸ਼੍ਰੋਡਿੰਜਰ ਵੇਵ ਇਕੁਏਸ਼ਨ, ਸਪੈਲਿੰਗ ਸ਼੍ਰੋਡਿੰਜਰ ਦੇ SCHRO DINGER, ਸ਼੍ਰੋਡਿੰਜਰ ਵੇਵ ਇਕੁਏਸ਼ਨ। देखो लिखण च श्रोडिंजर आना, पर बोलण दे विच प्रोनाउंसिएशन दी श्रोडिंजर है। श्रोडिंजर, इरविन श्रोडिंजर पूरा नाम सीगा दा। श्रोडिंजर वेव इक्वेशन, उन्हें एक इक्वेशन दी। एक्चुअली मैं तुम थोड़ा जिहा ब्रीफ आइडिया दस देवां। श्रोडिंजर ने कहा कि जिहड़ा इलैक्ट्रॉन दी प्रेजेंस है वो पर्टिकुलर कोई ना तो पाथ है, ना पोजीशन है, ना मोमेंटम है, पर इलैक्ट्रॉन है, यह सानू पता है। उन्हें इलैक्ट्रॉन की एग्जिस्टेंस नू एक पार्टिकल इन्ने बॉक्स के नाल जिन्होंने कह लो कि रिलेट करके, दोनों चीज़ों को रिलेट करके कंपेयर किया कि जिस तरह एक बॉक्स है, बॉक्स में असीं एक पार्टिकल पा देने, मान लो एक मार्बल ही पाता या एक पीस किसी स्टोन का ही पा दिता, असीं बॉक्स को अच्छी तरह शेक करते हैं, उन्होंने हिलाने हैं, तो सानू नहीं पता लग सकता कि पार्टिकल जिहड़ा बॉक्स दे विच सीगा वो किस पोजीशन के उत्ते टिकिया होएगा या किस पोजीशन के उत्ते खड़िया होएगा, उहदी पोजीशन की होएगी, वी कांट से, असीं नहीं वो दस सकते। असीं वो
ਇਮੇਜਿਨ ਵੀ ਨਹੀਂ ਕਰ ਸਕਦੇ ਕਿ ਜਦੋਂ ਹਿੱਲਿਆ ਉਹਦੀ ਪੋਜੀਸ਼ਨ ਪਾਰਟਿਕੂਲਰਲੀ ਕੀ ਹੋਏਗੀ। ਉਹ ਇਸ ਪੋਜੀਸ਼ਨ ਤੇ ਵੀ ਹੋ ਸਕਦਾ, 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 ਪਰ ਇਹ ਆ ਕਿ ਉਹ ਪਾਰਟੀਕਲ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਹੈ, ਉਹਦੀ ਐਗਜ਼ਿਸਟੈਂਸ ਹੈ। ਦੈਟ ਮੀਨ ਉਹਦੀ ਪੋਸੀਬਿਲਿਟੀ ਹੈ ਕਿ ਉਹ ਕਿਸੇ ਵੀ ਪੋਜੀਸ਼ਨ ਦੇ ਉੱਤੇ ਹੋ ਸਕਦਾ ਹੈ। ਇਸ ਪੋਸੀਬਿਲਿਟੀ ਨੂੰ ਜਾਂ ਇਸ ਪਾਰਟੀਕਲ ਇਨੇ ਬਾਕਸ ਨੂੰ ਸ਼ੋਡਿੰਜਰ ਨੇ ਕੰਪੇਅਰ ਕੀਤਾ ਹਾਈਡਰੋਜਨ ਐਟਮ ਦੇ ਨਾਲ, ਕਿ ਜਿਸ ਤਰ੍ਹਾਂ ਇੱਕ ਹਾਈਡਰੋਜਨ ਐਟਮ ਦੇ ਵਿੱਚ ਇੱਕ ਹੀ ਇਲੈਕਟ੍ਰੋਨ ਹੁੰਦਾ, ਉਹ ਪਾਰਟਿਕੂਲਰ ਰੀਜਨ ਦੇ ਵਿੱਚ ਕਿਸ ਜਗ੍ਹਾ ਤੇ ਪਿਆ ਨਹੀਂ ਪਤਾ। ਪਾਰਟਿਕੂਲਰ ਐਕਸਿਸ ਨੇ ਐਕਸ ਵਾਈ ਤੇ ਜ਼ੈਡ, ਇੱਕ ਐਕਸ ਐਕਸਿਸ ਹੁੰਦਾ ਹੈ, ਵਾਈ ਐਕਸਿਸ ਹੁੰਦਾ, ਇੱਕ ਜ਼ੈਡ ਐਕਸਿਸ ਹੁੰਦਾ। ਜ਼ੈਡ ਐਕਸਿਸ ਜਿਹੜਾ ਸਾਡੇ ਵੱਲ ਪੁਆਇੰਟ ਆਊਟ ਕਰਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਜ਼ੈਡ ਐਕਸਿਸ। ਲਾਈਕ ਮੈਂ ਕਹਿੰਦਾ ਇਹ ਐਕਸ ਐਕਸਿਸ ਹੈ, ਇਹ ਵਾਈ ਐਕਸਿਸ ਹੈ, and that will be z axis, 3 dimension, 3 dimensions ਇੰਝ ਬਣਦੀਆਂ ਨੇ, x axis, y axis and z axis. This is z axis, 3 dimension, ਠੀਕ ਹੈ। ਔਰ ਮੈਂ ਹੁਣੇ ਦੱਸਦਾ ਜਾਵਾਂ ਡਾਇਮੈਂਸ਼ਨਸ ਜਿਹੜੀਆਂ ਨੇ ਉਹ ਪਾਰਟਿਕੂਲਰ ਨਹੀਂ ਹੁੰਦੀਆਂ। ਜਿਹੜੀ ਮੇਰੇ ਵਾਸਤੇ x axis ਹੈ, ਜਿਹੜਾ ਬੰਦਾ ਇੱਧਰ ਬੈਠਾ ਇਸ ਸਾਈਡ ਤੇ ਬੈਠਾ ਹੋਏਗਾ ਉਹਦੇ ਵਾਸਤੇ ਉਹ z axis ਵੀ ਹੋ ਸਕਦਾ ਹੈ, ਠੀਕ ਹੈ। ਜਿਹੜਾ ਮੇਰੇ ਵਾਸਤੇ z ਐਕਸਿਸ ਹੈ, ਜਿਹੜਾ ਬੰਦਾ ਇਸ ਸਾਈਡ ਤੇ ਬੈਠਾ ਉਹਦੇ ਵਾਸਤੇ x ਐਕਸਿਸ ਵੀ ਹੋ ਸਕਦਾ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਇਹਨੂੰ ਇੰਝ ਘੁਮਾ ਦਈਏ ਤੇ ਸਾਰੀ ਐਕਸਿਸ ਜਿਹੜੀਆਂ ਨੇ ਚੇਂਜ ਹੋ ਜਾਂਦੀਆਂ ਨੇ, ਪਰ ਐਗਜ਼ਿਸਟ ਕਰਦੀਆਂ ਨੇ, ਠੀਕ ਹੈ। ਇਟ ਮੀਨ ਕਿ ਕੋਈ ਇੱਕ ਪਾਰਟਿਕੂਲਰ ਚੀਜ਼ ਜਿਹੜੀ ਹੈ ਉਹ 3 ਐਕਸਿਸ ਦੇ ਉੱਤੇ ਜਾਂ 3 ਡਾਇਰੈਕਸ਼ਨਸ ਦੇ ਉੱਤੇ ਜਿਹੜੀ ਹੈ ਉਹਦੀ ਪ੍ਰੈਜ਼ੈਂਸ ਹੁੰਦੀ ਹੈ। x ਐਕਸਿਸ, y ਐਕਸਿਸ 2 ਡਾਇਮੈਂਸ਼ਨ ਹੈ, 3rd ਡਾਇਮੈਂਸ਼ਨ ਜਿਹੜੀ ਉਹ z ਐਕਸਿਸ ਦੇ ਉੱਤੇ ਹੋ ਸਕਦੀ ਹੈ। ਇਹਦੇ ਇਕੁਏਸ਼ਨ ਜਿਹੜੀ ਹੈ ਉਹ ਲਿਖਣ ਦਾ ਤਰੀਕਾ, ਸਾਈਨ ਤੁਹਾਡੇ ਵਾਸਤੇ ਨਵੇਂ ਨੇ। ਦਿਸ ਇਜ਼ ਕਰਲੀ, ਇਹਨੂੰ ਬੋਲਦੇ ਕਰਲੀ। ਦਿਸ ਇਜ਼ ਸਾਈ, ਇਹਨੂੰ ਬੋਲਦੇ ਸਾਈ। ਕਰਲੀ ਐਕਸ ਸਕੁਅਰ ਪਲਸ ਕਰਲੀ ਸਾਈ ਓਵਰ ਕਰਲੀ ਵਾਈ ਸਕੁਅਰ। ਇਹ ਤੁਸੀਂ ਇਹਦੀ ਸਿਰਫ ਇਸ ਤਰ੍ਹਾਂ ਨੋਟ ਹੀ ਕਰਨਾ, ਕਰਲੀ ਸਕੁਅਰ ਸਾਈ ਪਲਸ curly square psi over curly z square, where this is curly curl। ਇਸ ਤਰ੍ਹਾਂ ਕੁੰਡਲ ਪਿਆ ਹੁੰਦਾ, ਇਸ ਤਰ੍ਹਾਂ ਕਰਲ ਪਿਆ ਹੋਵੇ, ਉਹਨੂੰ ਇਹਨੂੰ ਲਿਖਣ 'ਚ ਕਰਲੀ ਆ। ਐਂਡ ਜਿਹੜਾ this type of structure is psi, ਲਿਖਣ 'ਚ p ਆਏਗਾ, ਪਾਈ p ਸਾਇਲੈਂਟ ਹੁੰਦਾ, ਇਹਨੂੰ ਸਾਈ ਬੋਲਦੇ ਆ, ਸਾਈ। ਪਲਸ 8 pi square me over h square into e minus v into psi is equal to 0. This is Schrodinger wave equation. ਇਹਨੂੰ ਮੈਮੋਰਾਈਜ਼ ਕਰ ਲਓ, ਕਮਿਟ ਟੂ ਯੂਅਰ ਮੈਮਰੀ, ਇਹਨੂੰ ਮੈਮੋਰਾਈਜ਼ ਕਰ ਲਓ। ਸਾਈ ਸਕੁਅਰ ਕਰਲੀ ਸਕੁਅਰ ਸਾਈ ਓਵਰ ਕਰਲੀ ਐਕਸ ਸਕੁਅਰ ਵਾਈ ਸਕੁਅਰ ਜ਼ੈਡ ਸਕੁਅਰ, ਐਚ ਦਾ ਪਤਾ ਹੈ, ਐਮ ਈ ਮਾਈਨਸ ਵੀ ਇਜ਼ ਇਕੁਅਲ ਟੂ 0। ਇਹ ਇਰਵਿਨ ਸ਼ੋਡਿੰਜਰ ਦੀ ਵੱਲੋਂ ਦਿੱਤੀ ਗਈ ਵੇਵ ਇਕੁਏਸ਼ਨ ਸੀਗੀ। ਇਸ ਇਕੁਏਸ਼ਨ ਦੇ ਨਾਲ, ਕਿਉਂਕਿ ਉਹਨੇ ਮੈਥਮੈਟਿਕਲੀ ਸਾਰੀ ਚੀਜ਼ ਜਿਹੜੀ ਹੈ ਉਹ ਡਰਾਈਵ ਕੀਤੀ ਸੀਗੀ, ਜਿਹੜੀਆਂ ਹਾਇਰ ਕਲਾਸਿਸ ਨੇ ਉੱਥੇ ਡੈਰੀਵੇਸ਼ਨ ਪ੍ਰੋਪਰ ਆਉਂਦੀ ਵੀ ਹੈ। ਇਹਦੇ 'ਚ x y ਤੇ z ਆਰ ਸਪੇਸ ਕੋਆਰਡੀਨੇਟਸ, means axis x y ਤੇ z, 3 axis, ਜਿਸ ਤਰ੍ਹਾਂ ਮੈਂ ਤੁਹਾਨੂੰ ਬਣਾ ਕੇ ਦਿਖਾਇਆ ਸੀ ਫਿਜ਼ੀਕਲੀ ਪੈਨ ਦੇ ਨਾਲ, ਜੋ ਤੁਹਾਨੂੰ ਦੱਸਿਆ ਸੀ। me ਪਾਈ ਦਾ ਤੁਹਾਨੂੰ ਪਤਾ ਹੀ ਹੈ, me is mass of electron, h Planck's constant, where E is total energy,
and V is potential energy. Of the electrode. Psi actually Schrödinger ने इस इक्वेशन तो सानू दो सॉल्यूशंस दिते, एक सॉल्यूशन सीगा साई ते एक सॉल्यूशन मिलिया ਉਹਦੇ ਕੋਲ साई स्क्वायर, where psi is amplitude of electron wave. तो मैं लिख देना psi is equal to amplitude of electron wave. This psi square tells us probability. Probability ਨੂੰ ਅਸੀਂ ਸਿੰਪਲ ਲੈਂਗੁਏਜ ਪੋਸੀਬਿਲਿਟੀ ਵੀ ਬੋਲਦੇ ਹਾਂ। that is probability ਕਿ probability ਹੋ ਸਕਦੀ ਹੈ ਕਿ ਉਹ ਇਲੈਕਟ੍ਰੋਨ ਇੰਨੇ ਕੁ ਏਰੀਏ ਵਿੱਚ ਖਾਸ ਪਾਰਟਿਕੂਲਰ ਸਪੇਸ ਦੇ ਵਿੱਚ ਕਿਧਰੇ ਵੀ ਪਿਆ ਹੋ ਸਕਦਾ, that is probability। ਜੇ ਅਸੀਂ ਟੋਟਲ ਲੈਂਗੁਏਜ ਬੋਲੀਏ ਤੇ probability of finding electron around the nucleus ਦੇ ਆਲੇ ਦੁਆਲੇ ਇੱਕ ਪਾਰਟਿਕੂਲਰ ਏਰੀਆ ਹੈ ਜਿਹਦੇ 'ਚ ਇਲੈਕਟ੍ਰੋਨ ਕਿਧਰੇ ਵੀ ਪਿਆ ਹੋ ਸਕਦਾ। ਸ਼੍ਰੋਡਿੰਜਰ ਨੇ ਇਹ ਸਾਰੀ ਗੱਲਬਾਤ ਤੋਂ ਇਹ ਤੱਥ ਦਿੱਤੇ ਕਿ ਦੋ ਤਰ੍ਹਾਂ ਦੇ ਸੋਲੂਸ਼ਨਸ ਹੱਲ ਕਹਿ ਲਓ ਜਾਂ ਸੋਲੂਸ਼ਨ ਕਹਿ ਲਓ ਕਿ ਸਾਨੂੰ ਇਹ ਤੋਂ ਮਿਲਦੇ ਨੇ ਇਹ ਸ਼੍ਰੋਡਿੰਜਰ ਵੇਵ ਇਕੁਏਸ਼ਨ ਤੋਂ। ਜੇ ਇੱਕ ਸਾਈ ਮਿਲਦਾ ਤੇ ਇੱਕ ਸਾਈ ਸਕੁਅਰ ਮਿਲਦਾ, ਬੁੱਕਸ ਨੇ ਇਹਨਾਂ ਦੇ ਡਿਫਰੈਂਸ ਇੱਕ ਇੱਕ ਦੋ ਦੋ ਲਿਖੇ ਹੋ, ਤੁਸੀਂ ਪੜ੍ਹ ਲੈਣੇ ਜ਼ਰੂਰ। ਬੇਸਿਕਲੀ ਚੀਜ਼ ਇਹੀ ਹੈ ਕਿ ਸਾਈ ਟੈਲਸ ਅਸ ਐਂਪਲੀਟਿਊਡ ਆਫ ਦਾ ਇਲੈਕਟ੍ਰੋਨ ਵੇਵ, whereas psi square gives us probability of finding electron around the nucleus। ਇਹ ਇਕੁਏਸ਼ਨ ਨੂੰ ਯਾਦ ਕਰ, ਇਸ ਇਕੁਏਸ਼ਨ ਦੀ ਕਿ ਥੋੜੀ ਜਿਹੀ ਐਕਸਟੈਂਸ਼ਨ ਵੀ ਆਉਂਦੀ ਹੈ ਕਿ ਇੰਨਾ ਹਿੱਸਾ ਜਿਹੜਾ ਉਹ ਇੱਕ ਲੈਪਲੇਕਿਨ ਆਪਰੇਟਰ ਬੋਲਦੇ ਆ ਉਹਦੇ ਬਰਾਬਰ ਹੋ ਜਾਂਦਾ ਹੈ। ਤੁਹਾਨੂੰ ਨਹੀਂ ਲੋੜ, ਤੁਸੀਂ ਬਸ ਇਹ ਚੀਜ਼ ਜਿਹੜੀ ਹੈ ਸੱਚ ਜਿਹੜੀ ਉਹ ਯਾਦ ਰੱਖਣੀ ਹੈ। ਜੇ ਮੈਂ ਹੁਣ ਪ੍ਰੋਬੇਬਿਲਿਟੀ ਬਣਾਵਾਂ ਇੱਕ, ਕਿਉਂਕਿ ਸ਼੍ਰੋਡਿੰਜਰ ਨੇ ਪ੍ਰੋਬੇਬਿਲਿਟੀ ਦਾ ਕਨਸੈਪਟ ਦਿੱਤਾ। ਜੇ ਅਸੀਂ ਪ੍ਰੋਬੇਬਿਲਿਟੀ ਦੀ ਗੱਲ ਕਰੀਏ ਸਿੰਪਲ ਲੈਂਗੁਏਜ ਦੇ ਵਿੱਚ ਤੇ ਅਸੀਂ ਕਹਿ ਸਕਦੇ ਹਾਂ ਕਿ ਆਹ ਇੱਕ ਪਾਰਟਿਕੂਲਰ ਏਰੀਆ ਹੈ ਤੇ ਇਹ ਮੈਂ ਜਿੰਨੇ ਡਾਟਸ ਲਗਾ ਰਿਹਾ ਉਹ ਸਾਰੇ ਪੋਜੀਸ਼ਨਸ ਨੇ ਇਲੈਕਟ੍ਰੋਨ ਦੀਆਂ, ਕਿ ਇਲੈਕਟ੍ਰੋਨ ਕਿਧਰੇ ਵੀ ਪ੍ਰੈਜ਼ੈਂਟ ਹੋ ਸਕਦਾ ਹੈ। ਇਹ ਜਿੰਨੇ ਡਾਟਸ ਨੇ ਥੀਸ ਆਰ ਪੋਜੀਸ਼ਨਸ ਆਫ ਇਲੈਕਟ੍ਰੋਨਸ। ਇਲੈਕਟ੍ਰੋਨ ਜਿਹੜਾ ਉਹ ਕਿਸੇ ਵੀ ਪੋਜੀਸ਼ਨ ਦੇ ਉੱਤੇ ਹੋ ਸਕਦਾ ਹੈ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ। ਇਹ ਇਲੈਕਟ੍ਰੋਨ ਇੱਥੇ ਵੀ ਹੋ ਸਕਦਾ, ਇਲੈਕਟ੍ਰੋਨ ਇੱਥੇ ਵੀ ਹੋ ਸਕਦਾ, ਇਲੈਕਟ੍ਰੋਨ ਇੱਥੇ ਵੀ ਹੋ ਸਕਦਾ। ਦਿਸ ਇਜ਼ probability of finding electron in a particular area। ਹੁਣ ਇਹ ਪਾਰਟਿਕੂਲਰ ਏਰੀਏ ਨੂੰ 3 ਡਾਈਮੈਂਸ਼ਨਸ ਦਿੱਤੀਆਂ ਗਈਆਂ ਨੇ। 3 ਡਾਈਮੈਂਸ਼ਨ ਦੇ ਵਿੱਚ ਇੱਕ ਪਾਰਟਿਕੂਲਰ ਏਰੀਆ ਜਾਂ ਸਫੈਰੀਕਲ ਏਰੀਆ, ਦਿਮਾਗ 'ਚ ਥੋੜ੍ਹਾ ਜਿਹਾ ਆਈਡੀਆ ਲੈ ਲਓ ਕਿ ਸਫੈਰੀਕਲ ਏਰੀਆ ਹੈ ਜਿਹਦੇ 'ਚ ਇੱਕ ਇਲੈਕਟ੍ਰੋਨ ਜਿਹੜਾ ਉਹ ਕਿਸੇ ਵੀ ਪੋਜੀਸ਼ਨ ਦੇ ਉੱਤੇ ਹੋ ਸਕਦਾ ਹੈ। ਨਿਊਕਲੀਅਸ ਦੇ ਕੋਲ ਜਾਂ ਨਿਊਕਲੀਅਸ ਦੇ ਰਾਊਂਡ ਅਬਾਊਟ ਇਹਦੇ ਹੋਣ ਦੀ ਸੰਭਾਵਨਾ 90 ਤੋਂ 95% ਹੈ। ਆਲੇ ਦੁਆਲੇ 5 ਤੋਂ 10% ਹੋ ਸਕਦਾ, ਪਰ ਹੋ ਸਕਦਾ ਕਿ ਹੋਵੇ। ਉਸ ਪਾਰਟਿਕੂਲਰ ਏਰੀਏ ਨੂੰ 3 ਡਾਈਮੈਂਸ਼ਨ ਦੇ ਵਿੱਚ ਜਿੱਥੇ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਇਲੈਕਟ੍ਰੋਨ ਇਜ਼ ਮੈਕਸਿਮਮ, ਜਾਂ ਜਿੱਥੇ ਵੱਧ ਤੋਂ ਵੱਧ ਪ੍ਰੋਬੇਬਿਲਿਟੀ ਆਫ ਇਲੈਕਟ੍ਰੋਨ ਹੋ ਸਕਦਾ ਹੈ, ਰਾਊਂਡ ਦਾ ਨਿਊਕਲੀਅਸ ਸਭ ਤੋਂ ਜ਼ਿਆਦਾ, ਆਸੇ-ਪਾਸੇ ਪੈਰੀਫੇਰੀ ਦੇ ਉੱਤੇ ਜਿਹੜਾ ਉਹ 5 ਤੋਂ 10%। ਇਸ ਪਾਰਟਿਕੂਲਰ ਏਰੀਏ ਨੂੰ ਅਸੀਂ ਬੋਲਦੇ ਹਾਂ ਔਰਬਿਟਲ। ਇੱਥੇ ਹੁਣ ਔਰਬਿਟਲ ਦਾ ਕਨਸੈਪਟ ਆ ਗਿਆ, ਨਵੀਂ ਗੱਲਬਾਤ ਚਾਲੂ ਹੋ ਗਈ। ਔਰਬਿਟ ਦਾ ਕਨਸੈਪਟ ਜਿਹੜਾ ਉਹ ਖਤਮ ਹੋ ਗਿਆ, ਜਿਹੜਾ ਹੁਣ ਤੱਕ ਤੁਸੀਂ ਕਲਾਸੀਕਲ ਮਕੈਨਿਕਸ ਦੇ ਵਿੱਚ ਪੜ੍ਹਦੇ ਆਏ ਹੋ। ਬੋਰ ਦੀ ਥਿਊਰੀ ਪੜ੍ਹੀ, ਰਦਰਫੋਰਡ ਦੀ ਥਿਊਰੀ ਪੜ੍ਹੀ, ਰਦਰਫੋਰਡ ਤੋਂ ਬਾਅਦ ਬੋਰ ਦੀ ਥਿਊਰੀ ਦੇ ਪਾਰਟਿਕੂਲਰ ਏਰੀਆ ਜਿਹਦੇ 'ਚ ਇਲੈਕਟ੍ਰੋਨ ਜਿਹੜਾ ਉਹ ਮੂਵ ਕਰਦਾ ਹੈ, ਇੱਕ ਔਰਬਿਟ ਹੈ, ਉਹਨੂੰ ਅਸੀਂ ਐਨਰਜੀ ਲੈਵਲ ਵੀ ਬੋਲਦੇ ਹਾਂ, ਅਸੀਂ ਉਹਨੂੰ ਸ਼ੈਲ ਵੀ ਬੋਲਦੇ ਹਾਂ। ਉਹ ਸਾਰੀ ਗੱਲਬਾਤ ਜਿਹੜੀ ਹੈ ਹੁਣ ਉਹ ਖਤਮ ਹੋ ਗਈ। ਹੁਣ ਉਹ ਚੀਜ਼ ਹੈ ਤੇ ਉਸੇ ਤਰ੍ਹਾਂ ਦੀ ਚੀਜ਼, ਪਰ ਲੇਕਿਨ ਉਹਦੀ ਐਕਸਪਲੇਨੇਸ਼ਨ ਬਦਲ ਗਈ, ਜਾਂ ਉਹਦਾ ਇੱਕ ਕਹਿ ਲਓ ਕਿ ਰੂਪ ਬਦਲ ਗਿਆ। ਹੁਣ ਉਹ ਔਰਬਿਟ ਦੇ ਵਿੱਚ ਇਲੈਕਟ੍ਰੋਨ ਨਹੀਂ ਹੋਏਗਾ, ਹੁਣ ਉਹ ਇੱਕ ਪਾਰਟਿਕੂਲਰ ਇੱਕ ਇਹੋ ਜਿਹੇ ਏਰੀਏ ਦੇ ਵਿੱਚ ਇਲੈਕਟ੍ਰੋਨ ਹੋਏਗਾ ਜਿੱਥੇ ਪ੍ਰੋਬੇਬਿਲਿਟੀ
ਉਹਦੇ ਹੋਣ ਦੀ ਕਿਧਰੇ ਵੀ ਹੋ ਸਕਦੀ ਹੈ, ਇੱਕ ਪਾਰਟਿਕੂਲਰ ਜ਼ੋਨ ਦੇ ਵਿੱਚ, ਇੱਕ ਪਾਰਟਿਕੂਲਰ ਏਰੀਏ ਦੇ ਵਿੱਚ। ਉਹ ਸਫੈਰੀਕਲ ਵੀ ਹੋ ਸਕਦਾ, ਕਿਸੇ ਹੋਰ ਸ਼ੇਪ ਦਾ ਵੀ ਹੋ ਸਕਦਾ। ਉਹ ਸ਼ੇਪਸ ਕੀ ਨੇ ਉਹ ਤੁਹਾਨੂੰ ਹੁਣ ਉਹ ਡਿਸਕਸ ਕਰਾਂਗੇ। ਇਹਦੇ 'ਚ ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਔਰਬਿਟਲ। ਇਟ ਮੀਨ ਇਲੈਕਟ੍ਰੋਨ may be present in orbital, not in orbit। ਦੇਖੋ ਇਹ ਕੁਐਸਚਨ ਤਕਰੀਬਨ ਹਰ ਪੇਪਰ ਦੇ ਵਿੱਚ, ਹਰ ਸਾਲ ਦੇ ਪੇਪਰ ਦੇ ਵਿੱਚ ਆਉਂਦਾ ਹੈ ਕਿ ਡਿਫਰੈਂਸ ਬਿਟਵੀਨ ਔਰਬਿਟ ਐਂਡ ਔਰਬਿਟਲ। ਇਹ ਡਿਫਰੈਂਸਿਸ ਜਿਹੜੇ ਨੇ ਉਹ ਤੁਸੀਂ 3-4 ਡਿਫਰੈਂਸ ਜਿਹੜੇ ਨੇ ਉਹ ਬਿਲਕੁਲ ਉਹਨਾਂ ਨੂੰ ਮੈਮੋਰਾਈਜ਼ ਕਰਨਾ, ਉਹਨਾਂ ਨੂੰ ਬਿਲਕੁਲ ਯਾਦ ਰੱਖਣਾ ਤਾਂ ਜੋ ਤੁਹਾਨੂੰ ਭੁੱਲਣ ਨਾ। ਮੇਨ ਤੇ ਚੀਜ਼ ਉਹੀ ਹੈ ਕਿ ਔਰਬਿਟ ਇੱਕ ਪਾਰਟਿਕੂਲਰ ਪਾਥ ਹੈ, ਜਦ ਕਿ ਔਰਬਿਟਲ ਪਾਥ ਨਹੀਂ ਹੈ। ਇਹ ਪ੍ਰੋਬੇਬਿਲਿਟੀ ਹੈ, ਇਹ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਇਲੈਕਟ੍ਰੋਨ ਹੈ। ਔਰਬਿਟ ਦੇ ਵਿੱਚ ਜਿਹੜੀਆਂ ਡਾਇਮੈਂਸ਼ਨ ਜਿਹੜੀਆਂ ਨੇ ਉਹ 3 ਡਾਇਮੈਂਸ਼ਨਸ ਦੇ ਵਿੱਚ ਕੰਮ ਨਹੀਂ ਕਰਦਾ, 2 ਡਾਇਮੈਂਸ਼ਨ ਦੇ ਵਿੱਚ ਚੱਲਦਾ ਹੈ, ਜਦ ਕਿ ਔਰਬਿਟਲ ਇੱਕ 3 ਡਾਇਮੈਂਸ਼ਨਲ ਸਟਰਕਚਰ ਹੈ। ਠੀਕ ਹੈ, ਹੁਣ ਅੱਗੇ ਆ ਜਾਂਦੀਆਂ ਸ਼ੇਪਸ ਕਿ ਔਰਬਿਟਲ ਦੀਆਂ ਸ਼ੇਪਸ ਜਿਹੜੀਆਂ ਨੇ ਉਹ ਵੱਖ-ਵੱਖ ਹੋ ਸਕਦੀਆਂ ਨੇ। ਔਰਬਿਟਲ may be, this probability may be of spherical shape, it may be dumbbell shape, it may be double dumbbell shape। ਹੁਣ ਇਹ ਕਿਸ ਤਰ੍ਹਾਂ, ਇਹ ਵੈਸੇ ਟੌਪਿਕ ਤੇ ਨੈਕਸਟ ਟੌਪਿਕ ਹੈ, ਪਰ ਲੇਕਿਨ ਮੈਂ ਇੱਥੇ ਹੀ ਥੋੜ੍ਹਾ ਜਿਹਾ ਐਕਸਪਲੇਨ ਕਰ ਦੇਵਾਂਗਾ ਤਾਂ ਜੋ ਜਿਹੜਾ ਨੈਕਸਟ ਲੈਕਚਰ ਹੈ ਉਹ ਤੁਹਾਨੂੰ ਆਸਾਨੀ ਦੇ ਨਾਲ ਸਮਝ ਆ ਜਾਵੇ। ਸ਼ੇਪਸ ਜਿਹੜੀਆਂ ਨੇ ਉਹ ਨੈਕਸਟ ਜਿਹੜਾ ਉਹ ਕੰਮ ਹੈਗਾ, ਪਰ ਲੇਕਿਨ ਅਸੀਂ ਇੱਥੇ ਹੀ ਸ਼ੇਪਸ ਥੋੜ੍ਹੀਆਂ ਜਿਹੀਆਂ ਡਿਸਕਸ ਕਰ ਲਵਾਂਗੇ। ਮੈਂ ਹੁਣ ਇਹਨਾਂ ਔਰਬਿਟਲਸ ਦੀ ਟਾਈਪਸ ਦੱਸਣ ਲੱਗਾ। ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਕਿ ਥੋੜ੍ਹਾ ਜਿਹੜਾ ਨੈਕਸਟ ਪੋਰਸ਼ਨ ਹੈ ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਇਹ ਪੋਰਸ਼ਨ ਆਉਂਦਾ, ਪਰ ਲੇਕਿਨ ਮੈਂ ਇੱਥੇ ਹੀ ਔਰਬਿਟਲਸ ਦਾ ਤੁਹਾਨੂੰ ਥੋੜ੍ਹਾ ਜਿਹਾ ਨੌਲੇਜ ਦੇ ਦੇਣਾ ਤਾਂ ਜੋ ਅਗਲਾ ਟੌਪਿਕ ਜਿਹੜਾ ਉਹ ਆਸਾਨੀ ਨਾਲ ਸਮਝ ਆ ਜਾਏਗਾ। ਟਾਈਪਸ ਆਫ ਔਰਬਿਟਲ ਦੇ ਵਿੱਚ ਐਸ ਔਰਬਿਟਲ ਦੀ ਗੱਲ ਆਉਂਦੀ ਹੈ, ਨਾ ਹੈ ਉਹਦਾ ਐਸ ਔਰਬਿਟਲ। ਸਮॉल ਲੈਟਰ ਯੂਜ਼ ਕਰਨਾ, ਐਸ ਛੋਟਾ ਪਾਣਾ। ਐਸ ਔਰਬਿਟਲ ਦੀ ਸ਼ੇਪ ਜਿਸ ਤਰ੍ਹਾਂ ਮੈਂ ਪਹਿਲੀ ਬਣਾਈ ਹੈ ਉਹ ਇਸ ਤਰ੍ਹਾਂ ਦੀ ਹੋਈ ਹੈ ਕਿ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਇਲੈਕਟ੍ਰੋਨ ਕਿਧਰੇ ਵੀ ਹੋ ਸਕਦੀ ਹੈ, ਤੇ ਇਹ ਸ਼ੇਪ ਜਿਹੜੀ ਹੈ ਉਹ ਸਫੈਰੀਕਲ ਨੋਟ ਸਰਕੂਲਰ। ਸਫੀਅਰ ਤੇ ਸਰਕਲ ਦੇ ਵਿੱਚ ਫਰਕ ਹੈ। ਸਰਕੂਲਰ ਜਿਹੜਾ ਉਹ ਗੋਲ ਤੇ ਹੁੰਦਾ ਹੈ, ਪਰ ਲੇਕਿਨ ਸਫੈਰੀਕਲ ਜਿਹੜਾ ਉਹ ਗੋਲਾਕਾਰ ਹੈ, ਜਿਸ ਤਰ੍ਹਾਂ ਬਾਲ ਹੈ, ਦੈਟ ਇਜ਼ ਸਫੀਅਰ। ਇਹ ਤੁਸੀਂ 10th ਵਿੱਚ ਮੈਥਮੈਟਿਕਸ ਜਿਓਮੈਟਰੀ ਦੇ ਵਿੱਚ ਪੜ੍ਹੇ ਹੋਏਗਾ। ਸਫੀਅਰ ਤੇ ਸਰਕਲ ਦੇ ਸਰਕੂਲਰ ਨਹੀਂ ਹੈ, ਸਫੈਰੀਕਲ ਹੈ। ਸਫੀਅਰ ਦੇ ਵਿੱਚ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਇਲੈਕਟ੍ਰੋਨ ਕਿਧਰੇ ਵੀ ਉਹ ਇਲੈਕਟ੍ਰੋਨ ਹੋ ਸਕਦਾ ਹੈ, ਐਸ ਔਰਬਿਟਲ। ਦੈਨ ਇਹ ਪ੍ਰੋਬੇਬਿਲਿਟੀ ਉਹ ਕਿਸੇ ਹੋਰ ਸ਼ੇਪ ਦੀ ਵੀ ਹੋ ਸਕਦੀ ਹੈ। ਉਹ ਸ਼ੇਪ ਡੰਬਲ ਸ਼ੇਪ ਹੁੰਦੀ ਹੈ। ਡੰਬਲ ਸ਼ੇਪ ਇਸ ਤਰ੍ਹਾਂ ਡੰਬਲ ਸ਼ੇਪ ਮਤਲਬ ਹੁਣ ਇਹ ਪ੍ਰੋਬੇਬਿਲਿਟੀ ਜਿਹੜੀ ਹੈ ਉਹ ਇੱਥੋਂ ਇੰਜ ਤੇ ਇੱਥੋਂ ਇਸ ਤਰ੍ਹਾਂ ਇੰਜ ਕਰਕੇ ਇਸ ਤਰ੍ਹਾਂ ਇਹ ਪ੍ਰੋਬੇਬਿਲਿਟੀ ਇਸ ਤਰ੍ਹਾਂ ਹੋ ਸਕਦੀ ਹੈ। ਦੈਟ ਇਜ਼ ਡੰਬਲ ਸ਼ੇਪ। ਉਹਨੂੰ ਅਸੀਂ ਬੋਲਦੇ ਹਾਂ ਪੀ ਔਰਬਿਟਲ। ਪੀ ਔਰਬਿਟਲ ਦਾ ਮਤਲਬ ਉਹਦੀ ਸ਼ੇਪ ਜਿਹੜੀ ਹੈ ਉਹ ਡੰਬਲ ਸ਼ੇਪ ਹੁੰਦੀ ਹੈ। ਤੇ ਪੀ ਦੀਆਂ ਜੇ ਟਾਈਪਸ ਹੁੰਦੀਆਂ ਨੇ, ਤੇ ਕਿਉਂਕਿ 3 ਡਾਇਮੈਂਸ਼ਨਸ ਪੜ੍ਹਦੇ ਪਏ ਹੋ, ਇਹਦੀਆਂ ਟਾਈਪਸ ਨੇ PX, PY ਤੇ PZ। ਮਤਲਬ PX ਇਹ ਹੋ ਸਕਦਾ ਹੈ, PY ਇਹ ਹੋ ਸਕਦਾ ਹੈ, PZ ਜਿਹੜਾ ਉਹ ਇਹ ਹੋ ਸਕਦਾ ਹੈ। ਅੱਗੇ ਆ ਜਾਂਦੀ ਹੈ ਟਾਈਪ D ਔਰਬਿਟਲ। D ਔਰਬਿਟਲ ਦੀਆਂ ਕਿ 5 ਟਾਈਪਸ ਹੁੰਦੀਆਂ ਨੇ। DXY, DYZ, DXZ, DX ਸਕੁਅਰ ਮਾਈਨਸ Y ਸਕੁਅਰ ਤੇ DZ ਸਕੁਅਰ। ਇਹ ਟਾਈਪਸ ਨੇ ਇਹਦੀਆਂ। ਪਰ ਇਹ 5
तरीके की प्रोबेबिलिटी हो सकती है। तो ये जड़े होंगे ने दीज आर डबल डंबल शेप। डबल डंबल शेप यानी डबल डंबल्स होंगे ने, जिस तरह पी ऑर्बिटल डंबल शेप है, ये डबल डंबल होंगे। पी ऑर्बिटल जोड़े ने दीज आर डंबल शेप। दीज आर डबल डंबल शेप। ए मैं कॉमन शेप बना देना, एक डंबल इधर होंगे, एक डंबल इधर, एक्स वाई जेड। ये मैं डिटेल च नहीं बना रहा, ये डिटेल च स्ट्रक्चर नहीं आएंगे तुहानू, तुसी बस इन्ना याद रखना कि डबल डंबल शेप होंगे। हुण देखो एस ऑर्बिटल इको टाइप ही है, पी ऑर्बिटल अगे 3 टाइप्स के हो सकते हैं, 3 एक्सिस के अलॉन्ग पी एक्स पी वाई पी जेड। डी ऑर्बिटल 5 टाइप्स ने। उस तरह अगे एक होर ऑर्बिटल होंदा है, दैट इज एफ ऑर्बिटल। यह भी डबल डबल शेप होंदा है। ਇਹਦੀਆਂ शेप्स या टाइप्स ਜਿਹੜੀਆਂ ਨੇ ਤੁਹਾਡੇ ਸਿਲੇਬਸ ਦਾ हिस्सा नहीं है, पर ਤੁਸੀਂ ਇਹ याद रखो कि ਇਹਦੀਆਂ 7 टाइप्स ਹੁੰਦੀਆਂ ਨੇ। ਹੁਣ ਇੱਕ ਵਾਰੀ ਫੇਰ याद कर लो, एस ऑर्बिटल सिंगल टाइप का ही है, पी ऑर्बिटल 3 टाइप्स अगे ਹੁੰਦੀਆਂ ने, डी ऑर्बिटल दियां 5 टाइप्स ਹੁੰਦੀਆਂ ने, ते एफ ऑर्बिटल दियां 7 टाइप्स ਹੁੰਦੀਆਂ ने। 7 टाइप्स याद रखना। एक गल होर इत्थे कॉमन गल है, इहनूं याद रखो कि हरेक ऑर्बिटल दे विच वध तो वध 2 इलैक्ट्रॉन अकोमोडेट हो सकते हैं। इट मीन एस ऑर्बिटल दे विच कितने इलैक्ट्रॉन अकोमोडेट हो सकते हैं? 2 इलैक्ट्रॉन। पी ऑर्बिटल दे विच कितने इलैक्ट्रॉन अकोमोडेट होणगे? 2 पी एक्स दे विच, 2 पी वाई च, 2 पी जेड च। टोटल कितने हो गए? 2 + 2 + 2 = 6 इलैक्ट्रॉन। ਇਹਦੇ ਵਿੱਚ 2 ਇਲੈਕਟ੍ਰੋਨ ਹੀ ਆ ਸਕਦੇ ਐਸ ਦੇ ਵਿੱਚ। ਉਸੇ ਤਰ੍ਹਾਂ ਡੀ ਦੇ ਵਿੱਚ 5 ਟਾਈਪਸ ਨੇ, ਹਰੇਕ ਆਰਬਿਟਲ ਦੇ ਵਿੱਚ 2 ਇਲੈਕਟ੍ਰੋਨ ਆ ਸਕਦੇ। ਇਟ ਮੀਨ ਐਚ ਟੋਟਲ 10 ਇਲੈਕਟ੍ਰੋਨ ਅਕੋਮੋਡੇਟ ਹੋ ਸਕਦੇ ਹਨ। ਤੇ ਐਫ ਦੇ ਵਿੱਚ 7 ਟਾਈਪਸ ਨੇ ਤੇ 14 ਇਲੈਕਟ੍ਰੋਨ ਜਿਹੜੇ ਨੇ ਇਟ ਕੈਨ ਅਕੋਮੋਡੇਟ। ਇਹ ਗੱਲਾਂ ਤੇ ਨੈਕਸਟ ਲੈਕਚਰ ਦੀਆਂ ਨੇ, ਪਰ ਲੇਕਿਨ ਮੈਂ ਤੁਹਾਨੂੰ ਇੰਟਰੋਡਿਊਸ ਇੱਥੇ ਹੀ ਕਰਵਾਤਾ कि यह प्रोबेबिलिटी जिहड़ी है वो किसी टाइप की भी हो सकती है, वो सिंगल स्फीयर दे विच भी हो सकती है, वो डंबल शेप च भी हो सकती है, वो डबल डंबल शेप च भी हो सकती है। अगे यह शेप्स जिहड़ियां ने एक्सिस दे अलोंग 3 टाइप्स दे भी हो सकदियां ने, 5 टाइप्स दियां भी हो सकदियां ने। ये ओरीएंटेशनस जिहड़ियां ने वो 7 टाइप्स दियां भी हो सकदियां ने। ते जे सिंगल टाइप है तो उस 2 इलैक्ट्रॉन ही अकोमोडेट होणगे। जे 3 ओरीएंटेशनस ने मतलब 3 टाइप्स ने किसी ऑर्बिटल दियां 6 इलैक्ट्रॉन। जे 5 ओरीएंटेशनस बनदियां पईयां ने 10 इलैक्ट्रॉन, ते जे 7 बनदियां पईयां ने तो 14 इलैक्ट्रॉन जिहड़े ने वो अकोमोडेट हो सकदे ने। ठीक, अज लई इन्ना ही बड़ा। थोड़ा जिहा तुसीं रिव्यू कर लो इस टॉपिक नूं, क्योंकि ये टॉपिक नवां है। नैक्सट जिहड़ा असीं काम करना, दैट इज़ वेरी इंपॉर्टेंट वर्क फॉर द लैसन एज वेल एज फॉर एग्जामिनेशन पॉइंट ऑफ व्यू, बहुत ज़्यादा इंपॉर्टेंट है। उन्होंने असीं क्वांटम नंबर बोलते हैं। थोड़ी जी इंट्रोडक्शन में दे देवां। क्वांटम नंबर जिस तरह एक पूरा एड्रैस है, जिस तरह तुसीं किधरे लैटर पोस्ट करते हो, सब तो पहले उत्ते नाम लिखते हो, फिर मकान नंबर लिखते हो, फिर महल्ले का नाम लिखते हो, फिर विलेज लिखते हो, सिटी लिखते हो, शहर लिखते हो। ठीक है, स्टेट लिखी जाती है। यह सारिया चीज़ां लिखियां होण ते लैटर जिहड़ा बड़े आराम नाल उस एड्रैस के उत्ते पहुँच जाता है। क्वांटम नंबर सेम उस तरह ही एक प्रॉपर एड्रैस है, जिहदे अकॉर्डिंगली सानू इलैक्ट्रॉन की प्रेजेंस, उहदी ओरीएंटेशन, उहदियां अगे टाइप्स, अगे किस तरीके दे नाल जिहड़े 3 टाइप्स जिहड़ियां बनदियां ने या 5 टाइप्स बनदियां ने, किस तरीके नाल डिवेलप होंदियां ने, इलैक्ट्रॉन की स्पिन जिहड़ी है वो ऑर्बिटल दे विच किस तरह होंदी है। यह सारी गलबात जिहड़ी क्वांटम नंबर
ਤੋਂ ਸਾਨੂੰ ਪਤਾ ਲੱਗਦੀ ਹੈ। ਤਾਂ ਇਹ ਕੁਆਂਟਮ ਨੰਬਰ ਬੇਸ ਬਣ ਜਾਂਦਾ ਹੈ ਪ੍ਰੋਪਰ ਸਾਰੀ ਡਿਸਕਸ਼ਨ ਦਾ। ਅੱਜ ਤੁਸੀਂ ਜੋ ਕੰਮ ਕੀਤਾ ਉਹਦੇ ਵਿੱਚ ਅਸੀਂ ਪ੍ਰੋਬੇਬਿਲਿਟੀ ਕੀਤੀ ਹੈ, ਪ੍ਰੋਬੇਬਿਲਿਟੀ ਆਫ ਫਾਈਂਡਿੰਗ ਇਲੈਕਟ੍ਰੋਨ। ਇਟ ਮੀਨ ਔਰਬਿਟ ਦਾ ਕਨਸੈਪਟ ਜਿਹੜਾ ਉਹ ਖਤਮ ਹੋ ਗਿਆ। ਹੁਣ ਅੱਗੇ ਕਨਸੈਪਟ ਜਿਹੜਾ ਔਰਬਿਟਲ ਦਾ ਚੱਲੇਗਾ। ਔਰਬਿਟਲ ਦੇ ਵਿੱਚ ਹੁਣ ਇਲੈਕਟ੍ਰੋਨ ਦੀ ਪ੍ਰੈਜ਼ੈਂਸ ਹੈ ਤੇ ਔਰਬਿਟਲ ਇੱਕ 3 ਡਾਇਮੈਂਸ਼ਨਲ ਸਟਰਕਚਰ ਹੈ। ਠੀਕ ਹੈ, ਅੱਜ ਦਾ ਲੈਕਚਰ ਬਸ ਇੰਨਾ ਹੀ ਹੈ। ਇਸ ਲੈਕਚਰ ਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਬਿਲਕੁਲ ਇਹਨੂੰ ਵਿਊ ਕਰੋ ਅੱਛੀ ਤਰ੍ਹਾਂ। ਇਹਨੂੰ ਵਿਊ ਕਰਕੇ ਇਹਦੇ ਨੋਟਸ ਜਿਹੜੇ ਨੇ ਉਹ ਤਿਆਰ ਕਰੋ, ਆਪਣੇ ਇਹਦੇ ਪੁਆਇੰਟਸ ਜਿਹੜੇ ਨੇ ਲਿਖ ਲਓ ਤਾਂ ਜੋ ਅਗਲਾ ਲੈਕਚਰ ਤੁਹਾਨੂੰ ਆਸਾਨੀ ਦੇ ਨਾਲ ਸਮਝ ਆਵੇ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।